और मई 2007 ਵਿੱਚ ਜਿਹੜਾ ਸੌਦਾ ਸਾਧ ਨੇ ਸਵਾਂਗ ਰਚਿਆ, ਜਿਹੜੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਵੇਲੇ ਨੇ ਪੋਸ਼ਾਕ ਪਾਈ ਆ, ਉਹ ਸੁਖਵੀਰ ਨੇ ਤਿਆਰ ਕਰਕੇ ਦਿੱਤੀ ਸੀਗੀ। ਤਾਂ ਸੁਖਵੀਰ ਬਾਦਲ ਜਿਹੜਾ ਹੈਗਾ ਉਹਨੂੰ ਇੱਕ ਐਵੇਂ ਦਾ ਸਾਧ ਚਾਹੀਦਾ ਸੀਗਾ ਜਿਹਦੇ ਨਾਲ ਉਹ ਸੈਟਿੰਗ ਰੱਖੇ ਤੇ ਇਹਨੂੰ ਕੱਲੇ ਕੱਲੇ ਦੇ ਮਿੰਤਾਂ ਤਰਲੇ ਕਰਨ ਦੀ ਥਾਂ ਤੇ ਇੱਕੋ ਬੰਦੇ ਦਾ ਜਿਹੜਾ ਸਹਾਰਾ ਲੈ ਕੇ ਇੱਕ ਬੰਦੇ ਤੋਂ ਵੋਟਾਂ ਮੰਗ ਕੇ ਸਰ ਜਵੇ ਇਹ ਮਾਲਵੇ ਦਾ। ਅਸਲ 'ਚ ਸੁਖਵੀਰ ਵਰਗਿਆਂ ਨੇ ਸੌਦਾ ਸਾਧ ਨੂੰ ਵੀ ਬਲੈਕਮੇਲ ਕੀਤਾ। 295 ਇਹਦਾ ਉੱਤੇ ਪਰਚਾ ਤਾਂ ਕਰਤਾ, ਪਰ ਉੱਤੇ ਅੱਗੇ ਕਾਰਵਾਈ ਨਹੀਂ ਕਰਵਾਈ। ਉੱਤੇ ਤਲਵਾਰ ਲਟਕਾ ਦਿੱਤੀ ਗਈ, ਉਹਨੂੰ ਡਰਾ ਕੇ ਉਹ ਤੋਂ ਵੋਟਾਂ ਮੰਗਦੇ ਰਹੇ, ਵੋਟਾਂ ਲੈਂਦੇ ਰਹੇ। सिख प्रचारक हरजिंदर सिंह माझी जो दीवान ला के सिख नौजवानों नूं गुरसिੱਖੀ ਵੱਲ प्रेरित करते हैं, इस तो खफा होके डेरा प्रबंधक जो ने वो खफा सन भी साडा जिहड़ा डेरे नाल जो लोग जुड़ रहे ने वो डेरे तो दूर हो रहे ने, उन्होंने दीवाना तो दूर हो रहे ने, तो लोग जानी कि इस सिੱਖੀ प्रचार तो होके जिहड़े डेरा सरसा दे गलां दे विच लॉकट पाए सी, वो लॉकट भी सुट्टे गए ने। तो इस टाइम साडे नाल हरजिंदर सिंह माझी जुड़ चुके ने, सारी गलबात उन्हां तो सुणदे, उन्हां दा की कहना है। सत श्री अकाल सर। हाँ जी, सत श्री अकाल जी। स्पोक्समैन टीवी का मैं बहुत धन्नवाद करदा जो आपां इस जरूरी विषय के उत्ते जिहड़ी गलबात करन दा सबब बने जी। हरजिंदर सिंह माझी जी जानी कि भी हुण तक जांच हो गई, सारा कुछ हो गया भी जिहड़ी जांच हुई है, जिहड़ा डेरा प्रेमियों वालों जिहड़ी हुण जांच की गई, इस तो तुसीं संतुष्ट ने? देखो जी, जिहड़ी SIT ने जांच पड़ताल की है जिहदे विच सौदा साध दा नाम नामजद किया है, उन्होंने जिवें लिखिआ है कि लॉकट ला के सुੱਟ ਦਿੱਤੇ ਸੀ बुरज जवाहर सिंह वाला दे विच जदों अपना उत्थे दीवान लग्या सी। मार्च 2015 ਨੂੰ दीवान सजे ने, ਤਾਂ ਉਹ संगत मतलब इन्नी प्रभावित होए ਜਿਹੜੇ ਸੌਦਾ ਸਾਧ ਦੇ ਚੇਲੇ ਸੀਗੇ, ਜਦੋਂ ਉਹਨਾਂ ਨੂੰ ਲੱਗਿਆ ਕਿ ਅਸੀਂ ਤਾਂ ਅਮੀਰ ਸਿੱਖ ਸੱਭਿਆਚਾਰ ਦੇ ਵਾਰਸ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣੀਏ, ਅਸੀਂ ਕਿਉਂ ਇਸ ਲੁਟੇਰੇ ਨੂੰ ਪਖੰਡੀ ਨੂੰ ਆਪਣਾ ਪਿਤਾ ਮੰਨ ਕੇ ਬੈਠੇ ਹਾਂ। ਤਾਂ ਉਹਨਾਂ ਨੇ ਲੌਕਟ ਉਤਾਰ ਕੇ ਸੁੱਟੇ ਔਰ मतलब ਸਿੱਖੀ 'ਚ ਸ਼ਾਮਲ ਹੋਏ। ਤਾਂ ਇਹਦੇ ਨਾਲ ਇਹ ਵੈਸੇ ਜਾਂਚ ਕਮਿਸ਼ਨ ਦੇ ਵਿੱਚ ਤਾਂ ਜਾਂਚ ਟੀਮ ਨੇ ਤਾਂ ਇੱਕੋ ਪਿੰਡ ਦਾ ਜ਼ਿਕਰ ਕੀਤਾ ਹੈ, ਪਰ ਮੈਂ ਦੱਸਣਾ ਚਾਹੁੰਦਾ ਇਸ ਪੂਰੀ ਬੈਲਟ ਦੇ ਵਿੱਚ ਜਿਹੜਾ ਬਠਿੰਡਾ ਹੈਗਾ, ਮਾਨਸਾ ਹੈ, ਬਰਨਾਲਾ ਹੈ, ਫਰੀਦਕੋਟ ਹੈ, ਮੋਗਾ ਹੈ, ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਜਿੱਥੇ ਪ੍ਰਚਾਰ ਹੋਇਆ ਵੱਡੀ ਗਿਣਤੀ ਤੇ ਜਿੱਥੇ ਲੋਕ ਛਾਪਾਂ ਨਗਾਂ ਵਾਲੀਆਂ ਧਾਗੇ ਤਵੀਤ ਹੋਰ ਚੀਜ਼ਾਂ ਸੁੱਟਦੇ ਸੀਗੇ, ਉੱਥੇ ਨਾਲ ਨਾਲ ਲੌਕਟ ਵੀ ਜਿੱਥੇ ਇਹਦਾ ਪ੍ਰਭਾਵ ਸੀ ਸੁੱਟੇ ਗਏ। ਤਾਂ ਇਹਨਾਂ ਨੇ ਮਾਰਨ ਦੀਆਂ ਪਲੈਨਿੰਗਾਂ ਵੀ ਬਣਾਈਆਂ, ਧਮਕੀਆਂ ਤਾਂ ਉਹਨਾਂ ਦਿਨਾਂ ਦੇ ਵਿੱਚ ਆਮ ਸੀਗੀਆਂ। ਸਿੱਟ ਨੇ ਜਿੱਥੋਂ ਤੱਕ ਜਾਂਚ ਕੀਤੀ ਹੈ, ਮੈਂ ਇਹ ਕਹਿਣਾ ਚਾਹੁੰਦਾ ਕਿ ਸੌਦਾ ਸਾਧ ਤਾਂ ਇਹ ਬੇਅਦਬੀ ਘਟਨਾਕ੍ਰਮ ਦਾ ਮਾਸਟਰਮਾਈਂਡ ਹੈਗਾ ਹੀ ਹੈਗਾ, ਪਰ ਇਹਨੂੰ ਜਿਹੜਾ ਸ਼ਹਿ ਸੀਗੀ ਉਸ ਵਕਤ ਉਹ ਬਾਦਲ ਸਰਕਾਰ ਦੀ, ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਦੀ ਪੂਰੀ ਸ਼ਹਿ ਸੀ। ਜਿਵੇਂ ਕਿ ਹੁਣ ਸੁਖਵੀਰ ਸਿੰਘ ਬਾਦਲ ਦੀ ਗੱਲ ਕੀਤੀ, ਸੁਖਵੀਰ ਸਿੰਘ ਬਾਦਲ ਦੀ ਸਹਿ ਸੀ। ਸੁਖਵੀਰ ਸਿੰਘ ਬਾਦਲ ਜਾਣੀ ਕਿ ਵੀ ਇੱਕ ਪੂਰਾ ਰਾਸ਼ਟਰੀ ਤੌਰ ਤੇ ਪੂਰਾ ਜਾਣੀ ਕਿ ਵੱਡਾ ਲੀਡਰ ਹੈ, ਆਖਰ ਉਹਨੂੰ ਕਿਉਂ ਮਜਬੂਰੀ ਉਹਦੀ ਜਾਣੀ ਕਿ ਬਣ ਗਈ ਇਸ ਤੱਕ ਦੀ ਇਸ ਵਿਸ਼ੇ ਨੂੰ ਜਾਣ ਲਈ? ਇਹ ਬਹੁਤ ਤੁਹਾਡਾ ਮਹੱਤਵਪੂਰਨ ਸਵਾਲ ਹੈ ਜੀ। ਇਹਦਾ ਕਾਰਨ ਇਹ ਹੈ ਕਿ ਜਿਹੜਾ ਇਹ ਸਾਰੀ ਬੈਲਟ ਹੈ, ਇਸ ਬੈਲਟ ਦੇ ਵਿੱਚ ਜਿਹੜਾ ਸੌਦਾ ਸਾਧ ਦਾ ਉਹਨਾਂ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਸੀਗਾ। ਤਾਂ ਦੂਜੇ ਪਾਸੇ ਜਿਹੜੀ ਸਿੱਖ ਸੰਗਤ ਹੈ ਸਾਡੀ, ਇਹ ਦੁਖਾਂਤ ਹੈ ਸਾਡੀ ਕੌਮ ਦਾ ਕਿ ਅਸੀਂ ਬਹੁਤ ਸਾਰੇ ਧੜਿਆਂ ਦੇ ਵਿੱਚ ਵੰਡੇ ਹੋਏ ਹਾਂ, ਵੱਖੋ ਵੱਖਰੇ ਗਰੁੱਪ ਬਣਾ ਕੇ, ਮਤਲਬ ਸਾਡੀ ਏਕਤਾ ਦੀ ਕਮੀ ਹੈ। ਤਾਂ ਸੁਖਵੀਰ ਬਾਦਲ ਜਿਹੜਾ ਹੈਗਾ ਉਹਨੂੰ ਇੱਕ ਐਵੇਂ ਦਾ ਸਾਧ ਚਾਹੀਦਾ ਸੀਗਾ ਜਿਹਦੇ ਨਾਲ ਉਹ ਸੈਟਿੰਗ ਰੱਖੇ ਤੇ ਇਹਨੂੰ ਕੱਲੇ ਕੱਲੇ ਦੇ ਮਿੰਤਾਂ ਤਰਲੇ ਕਰਨ ਦੀ ਥਾਂ ਤੇ ਇੱਕੋ ਬੰਦੇ ਦਾ ਜਿਹੜਾ ਸਹਾਰਾ ਲੈ ਕੇ ਇੱਕ ਬੰਦੇ ਤੋਂ ਵੋਟਾਂ ਮੰਗ ਕੇ ਸਰ ਜਵੇ ਇਹ ਮਾਲਵੇ ਦਾ। ਜਿਹੜਾ ਉਹ 25 ਸਾਲ ਰਾਜ ਕਰਨ ਦੇ ਸੁਪਨੇ ਦੇਖ ਰਿਹਾ ਸੀ, ਉਹ ਕੋਈ ਮੁੱਦਿਆਂ ਦੀ ਰਾਜਨੀਤੀ ਨਹੀਂ ਕਰਦਾ, ਉਹ ਅਸਲ 'ਚ ਮੈਨੇਜਮੈਂਟ ਦੇ ਵਿੱਚ ਬਾਹਰ ਰਹਿ ਕੇ ਕਿਵੇਂ ਅਸੀਂ ਆਪਣੀਆਂ ਵਿਰੋਧੀ ਵੋਟਾਂ ਨੂੰ ਆਪਸ ਦੇ ਵਿੱਚ ਵੰਡਣਾ ਤੇ ਆਪਣੇ ਜਿਹੜੇ ਕਿਸ ਤਰ੍ਹਾਂ ਜਿਹੜੀ ਹੈ ਜਿੱਤ ਪ੍ਰਾਪਤ ਕਰਨੀ ਹੈ। ਤਾਂ ਦੇਖੋ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ 2007 ਦੇ ਵਿੱਚ ਜਿਹੜੀ ਇਲੈਕਸ਼ਨ ਦੇ ਵਿੱਚ ਜਿਹੜਾ ਸੌਦਾ ਸਾਧ ਨੇ ਪ੍ਰਭਾਵ ਦਿਖਾਇਆ, ਉਹਦੇ ਤੋਂ ਵੀ ਸੁਖਵੀਰ ਜਿਹੜਾ ਉਹਨੂੰ ਪਤਾ ਲੱਗ ਗਿਆ ਸੀਗਾ। ਔਰ ਮਈ 2007 ਵਿੱਚ ਜਿਹੜਾ ਸੌਦਾ ਸਾਧ ਨੇ ਸਵਾਂਗ ਰਚਿਆ, ਇਹਦੇ ਬਾਰੇ ਮੈਂ ਨਹੀਂ ਕਹਿ ਰਿਹਾ ਜੀ, DGP ਰਹੇ ਨੇ ਸ਼ਸ਼ੀ ਕਾਂਤ ਜੀ, ਉਹਨਾਂ ਦਾ ਬਿਆਨ ਆਇਆ ਕਿ ਉਹ ਜਿਹੜਾ ਪੋਸ਼ਾਕ ਸੀਗੀ ਉਹ ਵੀ ਜਿਹੜੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਵੇਲੇ ਨੇ ਪੋਸ਼ਾਕ ਪਾਈ ਹੈ, ਉਹ ਸੁਖਵੀਰ ਨੇ ਤਿਆਰ ਕਰਕੇ ਦਿੱਤੀ ਸੀਗੀ। ਔਰ ਫਿਰ ਇਹਦੇ ਤੇ 295 ਇਹ ਧਾਰਾ ਵੀ ਲਾਈ ਜਾਂਦੀ ਹੈ, ਪਰ ਧਾਰਾ ਤਾਂ ਲਾ ਦਿੱਤੀ ਜਾਂਦੀ ਹੈ। मतलब किड्डी नमोशी वाली गल है कि 7 साल
ਪੁਲਿਸ ਨੇ ਜਿਹੜਾ ਚਲਾਨ ਪੇਸ਼ ਨਾ ਕੀਤਾ। ਫਰਵਰੀ 2014 ਦੀ ਜਿਹੜੀ 2012 ਦੀ ਜਿਹੜੀ ਇਲੈਕਸ਼ਨ ਆਈ ਉਸ ਮੌਕੇ ਕੈਂਸਲੇਸ਼ਨ ਰਿਪੋਰਟ ਪੇਸ਼ ਕੀਤੀ ਗਈ। ਆਖਰ ਜਦੋਂ ਚਲਾਨ ਪੇਸ਼ ਕੀਤਾ ਹੀ ਨਾ ਤਾਂ ਫਿਰ 4 ਜੁਲਾਈ ਨੂੰ 2014 ਦੇ ਵਿੱਚ ਸੌਦਾ ਸਾਧ ਨੇ ਇੱਕ ਅਰਜੀ ਪਾਈ ਸੈਸ਼ਨ ਕੋਰਟ ਦੇ ਕੋਲ ਕਿ ਇੰਨਾ ਲੰਮਾ ਚਿਰ ਹੋ ਗਿਆ ਪੁਲਿਸ ਮੇਰਾ ਜਿਹੜਾ ਚਲਾਨ ਹੀ ਨਹੀਂ ਪੇਸ਼ ਕਰ ਸਕੀ, ਤਾਂ ਫਿਰ ਮੈਨੂੰ ਕੱਢਿਆ ਜਾਣਾ ਚਾਹੀਦਾ। ਇਸ ਕੇਸ ਦੇ ਵਿੱਚ ਉਹਨੂੰ ਕੱਢਿਆ ਗਿਆ। ਇਹ ਸਾਰਾ ਇਹ ਡਰਾਮਾ ਨਹੀਂ ਸੀਗਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਤੁਸੀਂ? ਬਿਲਕੁਲ ਜੀ, ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਸੌਦਾ ਸਾਧ ਨੂੰ ਅਸਲ 'ਚ ਸੁਖਵੀਰ ਵਰਗਿਆਂ ਨੇ ਸੌਦਾ ਸਾਧ ਨੂੰ ਵੀ ਬਲੈਕਮੇਲ ਕੀਤਾ। 295 ਦਾ ਉਤੇ ਪਰਚਾ ਤਾਂ ਕਰਤਾ ਪਰ ਉਤੇ ਅੱਗੇ ਕਾਰਵਾਈ ਨਹੀਂ ਕਰਵਾਈ, ਉਤੇ ਤਲਵਾਰ ਲਟਕਾ ਦਿੱਤੀ ਗਈ। ਉਹਨੂੰ ਡਰਾ ਕੇ ਉਹ ਤੋਂ ਵੋਟਾਂ ਮੰਗਦੇ ਰਹੇ, ਵੋਟਾਂ ਲੈਂਦੇ ਰਹੇ, ਇਸ ਕਿਸਮ ਦਾ ਕੀਤਾ। ਜੇ ਦੇਖੋ ਕਿੱਡੀ ਨਮੋਸ਼ੀ ਦੀ ਗੱਲ ਹੈ, 2 ਸਾਧਵੀਆਂ ਨੇ ਜਿਹੜਾ ਮਤਲਬ ਲੜਾਈ ਲੜ ਕੇ ਅੱਜ ਉਹਨੂੰ ਜੇਲ੍ਹ ਦੇ ਵਿੱਚ ਪਹੁੰਚਾਤਾ। ਛਤਰਪਤੀ ਦੇ ਪਰਿਵਾਰ ਨੇ ਲੜਾਈ ਲੜੀ ਤੇ ਸਾਡੀ ਏਡੀ ਵੱਡੀ ਕੌਮ ਨੂੰ ਜਦੋਂ ਇਹ ਬਾਦਲ ਕੇ ਸਰਕਾਰ ਦੇ ਵਿੱਚ ਸੀਗੇ, SGPC ਵੀ ਇਹਨਾਂ ਕੋਲ ਸੀ, ਇਹਨਾਂ ਨੇ ਮਤਲਬ ਐਡੇ ਵੱਡੇ ਮਸਲੇ ਦੇ ਵਿੱਚੋਂ ਸੌਦਾ ਸਾਧ ਨੂੰ ਬਿਲਕੁਲ ਆਰਾਮ ਨਾਲ ਬਾਹਰ ਕਢਵਾਤਾ। ਸਾਡੀ ਕੌਮ ਨੂੰ ਇਹਨਾਂ ਨੇ ਹਾਰ ਦਿਵਾਉਣ ਦਾ ਯਤਨ ਹੈ ਜਿਹੜਾ ਕੀਤਾ। ਸੋ ਮੈਂ ਇਹ ਸਮਝਦਾ ਕਿ ਜਿਹੜਾ ਜੇ ਇਹ 2007 ਵਾਲੇ ਮਸਲੇ ਤੇ ਸੌਦਾ ਸਾਧ ਤੇ ਕਾਰਵਾਈ ਹੁੰਦੀ ਤਾਂ ਇਹ ਬੇਅਦਬੀ ਵਾਲੀ ਹਿਮਾਕਤ ਕਰਵਾਉਂਦਾ ਹੀ ਨਹੀਂ ਸੀ, ਕਰਦਾ ਹੀ ਨਹੀਂ ਸੀ ਬਿਲਕੁਲ ਆਪਣੇ ਚੇਲਿਆਂ। ਤੁਸੀਂ ਬੇਅਦਬੀ ਦੀ ਗੱਲ ਕੀਤੀ ਜੀ, ਐਡਾ ਵੱਡਾ ਯਾਨੀ ਕਿ ਆਪਣੇ ਡੇਰਾ ਸਮਰਥਕ ਜਿਹੜਾ ਰਾਮ ਰਹੀਮ ਹੈ ਬਲਾਤਕਾਰੀ ਸਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦਾ ਐਡਾ ਵੱਡਾ ਸਾਮਰਾਜ ਹੈਗਾ ਤੇ ਯਾਨੀ ਕਿ ਉਹਨੂੰ ਆਖਰ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਉਹਨਾਂ ਦੇ ਪੱਤਰੇ ਖਿਲਾਰਨੇ ਕੀ ਮਜਬੂਰੀ ਬਣ ਗਈ ਸੀ ਉਹਨਾਂ ਦੀ ਇਸ ਤਰ੍ਹਾਂ ਦੀ? ਇਹ ਕਿਉਂਕਿ ਉਹ ਬਖਲਾਟ ਦੇ ਵਿੱਚ ਆ ਗਿਆ ਸੀ ਪੂਰਾ। ਜਦੋਂ ਇੱਥੇ ਪ੍ਰਚਾਰ ਹੋਇਆ ਧੜਾ ਧੜ ਲੋਕ ਸਿੱਖੀ ਨਾਲ ਜੁੜਨ ਲੱਗੇ। ਇਹਦਾ ਮੇਨ ਡੇਰਾ ਸਲਾਬਤਪੁਰ ਹੈ ਜਿੱਥੇ ਨੇ ਜਾਮ ਇੰਸਾ ਵਾਲਾ ਢੋਂਗ ਰਚਿਆ ਸੀਗਾ। ਤਾਂ ਉੱਥੇ ਤੁਸੀਂ ਵੇਖੋ ਕਿ ਗੁਰੂ ਸਾਹਿਬ ਦੀ ਇੰਨੀ ਕੁ ਬਖਸ਼ਿਸ਼ ਹੋਈ ਜਦੋਂ ਉੱਥੇ ਪ੍ਰਚਾਰ ਹੁੰਦਾ ਸੀ ਜਾਂ ਹੋਰ ਲਗਾਤਾਰ ਦੀਵਾਨ ਲੱਗਦੇ ਰਹੇ। ਔਰ ਉੱਥੇ ਸਾਡੇ ਗਰਾਊਂਡ ਤੇ ਸਲਾਬਤਪੁਰੇ ਦੇ ਵੀ ਸਾਡੇ ਗੁਰਸਿੱਖ ਵੀਰ ਨੇ, ਉੱਥੇ ਟੀਮ ਹੈ ਬਕਾਇਦਾ ਬਣੀ ਹੋਈ, ਤਾਂ ਉਹਨਾਂ ਨੇ ਮਤਲਬ ਕਲਾਸਾਂ ਦਾ ਪ੍ਰਬੰਧ ਕੀਤਾ। 200 ਬੰਦਾ ਤੁਹਾਨੂੰ ਅੱਜ ਸਲਾਬਤਪੁਰੇ ਦੇ ਵਿੱਚ ਮਿਲੂਗਾ ਜਿਹੜਾ ਅਰਥਾਂ ਸਮੇਤ ਗੁਰਬਾਣੀ ਪੜ੍ਹ ਚੁੱਕਿਆ ਹੈ। ਸਲਾਬਤਪੁਰੇ ਦੇ ਵਿੱਚ ਸਰਸੇ ਵਾਲੇ ਸਾਧ ਨਾਲ ਅੱਜ ਗਿਣਤੀ ਦੇ 4 ਘਰ ਨੇ, 5 ਨਹੀਂ ਸਿਰਫ 4 ਘਰ ਜੁੜੇ ਹੋਏ ਨੇ ਉਹਦੇ ਨਾਲ। ਮਤਲਬ ਜਿਹੜੇ ਵੱਡੇ ਵੱਡੇ ਕਿਲੇ ਜਦੋਂ ਇਹਨਾਂ ਦੇ ਢਹਿ ਰਹੇ ਸੀ, ਇਹ ਬੁਖਲਾੜ ਦੇ ਵਿੱਚ ਸੀਗਾ, ਤਾਂ ਇਹਨੂੰ ਦੂਜੀ ਸਰਪ੍ਰਸਤੀ ਵੀ ਸੀ ਕਿਉਂਕਿ ਡਰ ਭੈ ਤਾਂ ਕਿਸੇ ਦਾ ਹੈ ਨਹੀਂ ਸੀਗਾ। ਸੁਖਵੀਰ ਕੀ ਜਿਹੜੀ ਪੁਲਿਸ ਸੀ ਉਸ ਵਕਤ ਬਾਦਲ ਸਰਕਾਰ ਦੀ, ਉਹ ਤਾਂ ਸਾਨੂੰ ਪ੍ਰਚਾਰ ਕਰਨ ਤੋਂ ਜਿਹੜਾ ਮਤਲਬ ਰੋਕਣ ਦਾ ਯਤਨ ਕਰਦੀ ਸੀ। ਮੈਂ ਤੁਹਾਨੂੰ 2 ਉਦਾਹਰਨਾਂ ਦੇਵਾਂਗਾ। ਪੱਕਾ ਕਲਾਂ ਪਿੰਡ ਹੈ, ਵਾਪਰਿਆ ਤਾਂ ਬਹੁਤ ਥਾਵਾਂ ਤੇ ਹੈ। ਪੱਕਾ ਕਲਾਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ, ਜਦੋਂ ਮੈਂ ਦੀਵਾਨ ਲਾਉਂਦੇ ਆ ਇਹ ਭਾਈ ਗੁਰਦਾਸ ਜੀ ਦੀ ਪੰਕਤੀ ਪੜ੍ਹੀ ਕਿ ਰਾਮ ਰਹੀਮ ਕਹਾਇਂਦੇ ਇੱਕ ਨਾਮ ਦੋਏ ਰਾਹ ਭੁਲਾਣੇ, ਇੰਨੀ ਗੱਲ ਸੁਣਦਿਆਂ ਪ੍ਰਸ਼ਾਸਨ ਦੀਵਾਨ ਦੇ ਵਿੱਚ ਐਂਟਰੀ ਕਰਦਾ ਹੈ। ਪੈਰਾਂ ਦੀ ਪੈ ਗਈ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਰਾਮ ਰਹੀਮ ਵਿੱਚ ਜਿਹਨ ਕੋ ਸ਼ਬਦ ਕਹਿੰਦੇ ਰਾਮ ਰਹੀਮ ਨਾਂ ਕਿਉਂ ਲੈ ਲਿਆ? ਦੇਖੋ ਅਸੀਂ ਹੁਣ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਵਾਰਾਂ ਨੇ ਉਹ ਵੀ ਪੰਜਾਬ ਪੁਲਿਸ ਤੋਂ ਪੁੱਛ ਕੇ ਪੜਿਆ ਕਰਾਂਗੇ ਵੀ ਕਿਹੜੇ ਪੜ੍ਹਨੀ ਹੈ ਕਿਹੜੀ ਨਹੀਂ। ਇੱਥੇ ਰਾਮ ਰਹੀਮ ਦਾ ਨਾਂ ਆ ਗਿਆ ਜੀ, ਇਹ ਪੜ੍ਹਨੀ ਹੋਈ ਨਹੀਂ। ਉਹ ਬਲਕਿ ਇਹਦਾ ਮਸਲਾ ਇਹ ਸੀਗਾ, ਉਹਦਾ ਮਤਲਬ ਇਹ ਬਣਦਾ ਕਿ ਧਰਮ ਦੇ ਨਾਂ ਤੇ ਝਮੇਲੇ ਨਹੀਂ ਖੜੇ ਕਰਨੇ, ਝਗੜੇ ਨਹੀਂ ਖੜੇ ਕਰਨੇ। ਔਰ ਦੂਸਰਾ ਜਿਹੜਾ ਸੀ ਮਚਾਕੀ ਕਲਾਂ ਪਿੰਡ ਹੈ, ਮਚਾਕੀ ਕਲਾਂ ਪਿੰਡ ਦੀ ਗੱਲ ਹੈ ਕਿ ਜਦੋਂ ਮੈਂ ਦੀਵਾਨ ਲਾ ਕੇ ਗੱਡੀ ਵਿੱਚ ਬੈਠਾ, ਜਦੋਂ ਅਸੀਂ ਤੁਰਨ ਲੱਗੇ, SHO ਪ੍ਰਦੀਪ ਸਿੰਘ ਜਿਹੜਾ ਇਸ ਗੋਲੀ ਕਾਂਡ ਦੇ ਵਿੱਚ ਵੀ ਨਾਮਜ਼ਦ ਹੈਗਾ, ਹਾਂਜੀ ਵਿੱਚ ਉਹ ਸ਼ਾਮਲ ਹੈ, ਤੇ ਉਹ ਆ ਕੇ ਕਹਿੰਦਾ ਵੀ ਸਾਡੇ ਇਲਾਕੇ 'ਚ ਵੜ ਕੇ ਦਿਖਾਇਓ ਤੁਸੀਂ ਮੁੜ ਕੇ, ਮੈਂ ਤੁਹਾਨੂੰ ਦੱਸੂਗਾ। ਉਹ ਸਾਰੀ ਰਿਕਾਰਡਿੰਗ ਵੀ ਜਿਹੜੀ ਪਈ ਹੈ ਜੀ, ਤੁਹਾਡੀ ਵੀਡੀਓ ਵੇਖ ਲਈ, ਤੁਹਾਡੇ ਗਲਮੇ ਨੂੰ ਵੀ ਹੱਥ ਪਾ ਰਹੇ ਵੀਡੀਓ, ਉਹ ਯਤਨ ਕਰਦਾ ਜੀ ਪੂਰਾ, ਤੇ ਉਹ ਫਿਰ ਨਾਲ ਦੀ ਨਾਲ ਮੈਂ ਉਹਦੇ ਹੱਥ ਫੜ ਕੇ ਬਾਹਰ ਕੱਢ ਦੇਣਾ ਵੀ ਇਦਾਂ ਨਹੀਂ ਹੋਣਾ। ਤਾਂ ਇਸ ਤਰ੍ਹਾਂ ਦੇ ਜਿਹੜੇ ਇੱਕ ਪਾਸੇ ਸਿੱਖ ਪ੍ਰਚਾਰਕਾਂ ਦੇ ਉੱਤੇ ਇਦਾਂ ਦਬਾਅ ਪਾਇਆ ਜਾ ਰਿਹਾ ਸੀਗਾ, ਦੂਜੇ ਪਾਸੇ ਤੁਸੀਂ ਵੇਖੋ ਕਿ ਸੌਦਾ ਸਾਧ ਦੀ ਫਿਲਮ ਦੇ ਜਿਹੜੇ ਪੋਸਟਰ ਨੇ ਉਹਨਾਂ ਦੇ ਉੱਤੇ 2-2 ਗਨਮੈਨ ਦਿੱਤੇ ਗਏ। ਇਹਨਾਂ ਨੇ ਮਤਲਬ ਬਕਾਇਦਾ ਸਾਰਾ ਪ੍ਰਬੰਧ ਕੀਤਾ ਉਹਨਾਂ ਨੂੰ, ਔਰ ਫਿਰ ਚੈਲੰਜ ਕਰਕੇ ਉਹਨਾਂ ਨੇ, ਆਪਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਕ ਖਿਲਾਰਤੇ। ਉਸ ਤੋਂ ਵੀ ਵੱਡਾ ਜਿਹੜਾ ਕੰਮ ਕੀਤਾ ਉਹ ਇਹ ਕੀਤਾ ਕਿ ਮਤਲਬ ਜਿਹੜਾ ਐਡੀ ਵੱਡੀ ਬੇਅਦਬੀ ਘਟਨਾਕ੍ਰਮ, ਤਾਂ ਉਹ ਜਿਹੜਾ ਬੇਅਦਬੀ ਘਟਨਾਕ੍ਰਮ ਦਾ ਜਿਹੜਾ ਮਤਲਬ ਜ਼ਿੰਮੇਵਾਰ ਹੈ ਉਹ ਵੀ ਸਿੱਖਾਂ ਨੂੰ ਠਹਿਰਾਉਣ ਵਾਸਤੇ 2 ਨੌਜਵਾਨ 5 ਗਰਾਈ ਦੇ ਚੁੱਕ ਕੇ ਉਹਨਾਂ ਤੇ ਕਹਿਰ ਢਾਇਆ ਗਿਆ ਸੁਖਵੀਰ ਕੀ ਪੁਲਿਸ ਵੱਲੋਂ। ਤੇ ਫਿਰ ਉਹਨਾਂ ਨੂੰ ਕਿਹਾ ਗਿਆ ਤੁਸੀਂ ਸਿੱਖ ਪ੍ਰਚਾਰਕਾਂ ਦੇ ਨਾਂ ਲੈ ਦਿਓ ਵੀ ਇਹ ਅਸੀਂ ਬੇਅਦਬੀ ਕੀਤੀ ਹੈ, ਸਿੱਖ ਪ੍ਰਚਾਰਕਾਂ ਦੇ ਕਹਿਣ ਤੇ ਕੀਤੀ ਹੈ। ਵੀਰ ਜੀ ਕਿਉਂ ਕਹਿੰਦੇ ਸੀ ਵੀ ਨਾਂ ਲੈ ਦਿਓ ਵੀ ਸਿੱਖ ਪ੍ਰਚਾਰਕਾਂ ਦੇ, ਕਿਉਂ ਉਹ ਯਾਨੀ ਕਿ ਉਹਨੂੰ ਟੌਰਚਰ ਕਰਕੇ ਕਿਉਂ ਕੀ ਮਹਿਣਾ ਕੀ ਸੀ ਉਹਨਾਂ ਦਾ? ਉਹਦਾ ਮਤਲਬ ਇਹ ਸੀ ਕਿ ਜਿਹੜੇ ਸਿੱਖ ਪ੍ਰਚਾਰਕ ਮੰਨ ਲਓ ਆਪਣੇ ਦੀਵਾਨਾਂ ਦੇ ਨਾਲ ਜਿਹੜਾ ਸਨ
ਇਹਨਾਂ ਦਾ ਕਿਲਾ ਢਹਿ ਰਿਹਾ ਸੀ ਸੌਦਾ ਸਾਧ ਦਾ ਜਿਹੜਾ ਕਿਲਾ ਢਹਿ ਰਿਹਾ ਸੀ, ਇਹਦਾ ਫਿਕਰ ਸੁਖਵੀਰ ਬਾਦਲ ਨੂੰ ਵੀ ਸੀ, ਕਿਉਂਕਿ ਉਹਦਾ ਜਿਹੜਾ ਪੋਲੀਟੀਕਲ ਮਕਸਦ ਸੀਗਾ ਉਹਦੇ ਵਿੱਚ ਬਹੁਤ ਵੱਡਾ ਅੜਿੱਕਾ ਬਣ ਰਹੇ ਸੀ ਅਸੀਂ। ਹਾਲਾਂਕਿ ਅਸੀਂ ਤਾਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ, ਪਰ ਲੋਕ ਜਿਹੜੇ ਸਿੱਖੀ ਨਾਲ ਜੁੜਦੇ ਸੀ ਉਹ ਸੌਦਾ ਸਾਧ ਤੋਂ ਟੁੱਟ ਗਏ ਤਾਂ ਉਹ ਸੁਖਵੀਰ ਨੂੰ ਵੋਟਾਂ ਨਹੀਂ ਪਾਉਣਗੇ ਸੌਦਾ ਸਾਧ ਦੇ ਕਹੇ ਤੋਂ। ਇਸ ਲਈ ਇਹਨਾਂ ਨੇ ਇਹ ਪੂਰਾ ਯਤਨ ਕੀਤਾ। ਤੁਸੀਂ ਸੋਚ ਕੇ ਵੇਖੋ ਕਿ ਕਿੱਡਾ ਵੱਡਾ ਧੱਬਾ ਬਾਦਲ ਕਿਆਂ ਨੇ ਲਾਉਣ ਦਾ ਯਤਨ ਕੀਤਾ ਕੌਮ ਤੇ, ਕਿ ਜੇ ਇਸ ਤਰ੍ਹਾਂ ਉਹ ਕੁੱਟ ਕਰਕੇ ਜਿਵੇਂ ਉਹਨਾਂ ਤੇ ਕਹਿਰ ਢਾਇਆ ਗਿਆ। ਮੈਂ ਧੰਨਵਾਦ ਕਰਦਾ ਫੂਲਕਾ ਸਾਹਿਬ ਦਾ, ਉਹ ਜਦੋਂ ਉਹਨਾਂ ਨੂੰ ਪਤਾ ਲੱਗਿਆ 23 ਅਕਤੂਬਰ ਨੂੰ, ਉਹ ਸ਼ਾਮ ਨੂੰ 7 ਵਜੇ ਉਹਨਾਂ ਨੇ ਜੱਜ ਤੋਂ ਆਰਡਰ ਕਰਵਾ ਕੇ ਜਿਹੜਾ ਸੀਗਾ ਰਾਤ ਨੂੰ 11 ਵਜੇ ਉਹਨਾਂ ਦੇ ਪਿਤਾ ਜਸਵਿੰਦਰ ਰੁਪਿੰਦਰ ਦੇ ਪਿਤਾ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਤਾਂ ਮਤਲਬ ਜੇ ਉੱਥੇ ਇਹ ਨਾ ਪਹੁੰਚਦੇ, ਜੇ ਇਦਾਂ ਇਹ ਕੁੱਟ ਕੇ ਮਨਾ ਲੈਂਦੇ ਉਹਨਾਂ ਨੂੰ, ਤਾਂ ਕਿੱਡਾ ਵੱਡਾ ਧੱਬਾ ਲੱਗ ਜਾਣਾ ਸੀਗਾ ਤੇ ਗੁਰਮੀਤ ਰਾਮ ਰਹੀਮ ਨੇ ਮਾਰਨੀਆਂ ਸੀ ਤਾੜੀਆਂ। ਤੇ ਸੁਖਵੀਰ ਦਾ ਜਿਹੜਾ ਮਕਸਦ ਸੀਗਾ ਕਿ ਮਤਲਬ ਆਹ ਪ੍ਰਚਾਰਕ ਜਿਹੜੇ ਉਹਨੂੰ ਅੱਖਾਂ ਦੇ ਵਿੱਚ ਰੜਕਦੇ ਸੀਗੇ, ਤਾਂ ਉਹ ਜਿਹੜਾ ਸੀਗਾ ਪੂਰਾ ਹੋਣਾ ਸੀਗਾ ਜੀ। ਸੋ ਇਸ ਸਾਲ ਦਾ ਰਾਜ ਦਾ ਸੁਪਨਾ ਪੂਰਾ ਹੋ ਜਾਣਾ। 25 ਸਾਲ ਰਾਜ ਕਰਨ ਦੀਆਂ ਜਿਹੜੀਆਂ ਇਹ ਗੱਲਾਂ ਕਰਦਾ ਸੀਗਾ, ਇਹ ਇਸ ਕਰਕੇ ਇਹਨਾਂ ਹੋਰ ਉਹਨਾਂ ਨੇ ਕੰਮ ਕੀ ਕੀਤਾ ਪੰਜਾਬ ਲਈ ਜੀ? ਪੰਜਾਬ ਤਾਂ ਬਰਬਾਦ ਕਰਤਾ। ਪਖੰਡੀ ਲੁਟੇਰਿਆਂ ਦੇ ਸਿਰ ਤੇ ਇਹ ਰਾਜ ਕਰਨਾ ਚਾਹੁੰਦੇ ਸੀਗੇ। ਇਹ ਬਹੁਤ, ਮੈਂ ਕਹਿੰਦਾ ਵੀ ਬਹੁਤ ਖਤਰਨਾਕ ਇਹਨਾਂ ਦਾ ਜਿਹੜੀ ਪਲੈਨਿੰਗ ਸੀਗੀ, ਜਿਹੜੀ ਮੈਨੂੰ ਲੱਗਦਾ ਪ੍ਰਮਾਤਮਾ ਨੇ ਆਪ ਸੰਗਤਾਂ ਤੋਂ ਸੇਵਾ ਲਈ, ਫੂਲਕਾ ਸਾਹਿਬ ਤੋਂ ਸੇਵਾ ਲੈ ਕੇ ਇਹ ਜਿਹੜੀ ਇਹਨਾਂ ਦੀ ਮਤਲਬ ਸਾਜ਼ਿਸ਼ ਹੈ ਉਹ ਸਾਕਾਰ ਨਹੀਂ ਹੋ ਸਕੀ, ਪੂਰੀ ਨਹੀਂ ਹੋ ਸਕੀ ਜੀ। ਇਸ ਤੋਂ ਇਲਾਵਾ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਧ ਸੰਗਤ ਨੂੰ? ਯਾਨੀ ਕਿ ਬੜਾ ਤੁਸੀਂ ਸੁਖਬੀਰ ਬਾਦਲ ਤੇ ਵੀ ਦੋਸ਼ ਲਾਏ ਨੇ, ਹੋਰ ਕੀ ਸੰਗਤ ਨੂੰ ਸੰਦੇਸ਼? ਮੈਂ ਤਾਂ ਜੀ ਇਹ ਕਹਿਣਾ ਚਾਹੁੰਦਾ ਸੰਗਤ ਨੂੰ, ਜਿਵੇਂ ਕਿ ਸੀਬੀਆਈ ਯਾਨੀ ਕਿ ਰੋਕ ਲਾ ਰਹੀ ਹੈ, ਫਿਰ ਹਾਈ ਕੋਰਟ ਨੇ ਫਿਰ ਵੀ ਚਲੋ ਇੱਕ ਵਾਰੀ ਸਟੇ ਦਿੱਤਾ 20 ਤਰੀਕ ਦਾ, 20 ਤਰੀਕ ਨੂੰ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਉਹਦੇ ਬਾਰੇ ਇਹੀ ਕਹਿਣਾ ਚਾਹੁੰਦਾ ਜੀ, ਦੇਖੋ ਬਈ ਇਹ ਜਿਹੜੀ SIT ਹੈ, ਦੋਨੋਂ ਸਿੱਟਾਂ ਠੀਕ ਕੰਮ ਕਰ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਇਹਨਾਂ ਤੇ ਕੋਈ ਦਬਾਅ ਨਾ ਪਾਇਆ ਜਾਵੇ। ਦੇਖੋ ਮੌੜ ਬੰਬ ਕਾਂਡ ਦੀਆਂ ਤਾਰਾਂ ਸੌਦਾ ਸਾਧ ਨਾਲ ਜੁੜ ਰਹੀਆਂ ਨੇ, ਸਭ ਕੁਝ ਪਤਾ ਲੱਗ ਗਿਆ, ਪਰ ਉਹ ਜਾਂਚ ਵਿੱਚ ਵਿਚਾਲੇ ਕਿਉਂ ਲਟਕ ਰਹੀ ਹੈ, ਇਹ ਸਵਾਲ ਹੈ ਕੈਪਟਨ ਅਮਰਿੰਦਰ ਸਿੰਘ ਲਈ। ਔਰ ਦੂਜਾ, ਜਦੋਂ ਹੁਣ ਅਜੇ ਸਾਧ ਦਾ ਜਦੋਂ ਨਾਮਜ਼ਦ ਹੋਇਆ, ਇਹਦਾ ਸਿਰਫ ਨਾਮਜ਼ਦ ਹੀ ਹੋਇਆ, ਅਜੇ ਨਾਮ ਅਜੇ ਕੋਈ ਵੱਡਾ ਨਹੀਂ ਹੋਇਆ, ਕੋਈ ਬਹੁਤ ਵੱਡਾ ਕੰਮ ਹੋ ਗਿਆ ਵੀ ਚਲੋ, ਅਜੇ ਉਸ ਪਾਸੇ ਇੱਕ ਕਦਮ ਪੁੱਟਿਆ ਗਿਆ। ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਕਿ ਗੁਰਮੀਤ ਰਾਮ ਰਹੀਮ ਮਾਸਟਰ ਮਾਈਂਡ ਹੈ, ਇਹਨੇ ਪੂਰਾ ਜਿਹੜਾ ਇਹ ਸਾਰਾ ਕਾਂਡ ਬੇਅਦਬੀ ਕਾਂਡ ਕਰਵਾਇਆ। ਔਰ ਜਿਹੜਾ ਗੋਲੀ ਕਾਂਡ ਹੈ ਉਹਦੇ ਮਾਸਟਰ ਮਾਈਂਡ ਸੁਮੇਧ ਸੈਣੀ ਤੇ ਸੁਖਵੀਰ ਬਾਦਲ ਹੈ। ਤਾਂ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹ CBI ਦਖਲ ਕਰ ਰਹੀ ਹੈ ਵਿੱਚ, ਉਹੀ CBI ਜਿਹੜੀ ਕਦੇ ਕਲੋਜ਼ਰ ਰਿਪੋਰਟ ਪੇਸ਼ ਕਰਦੀ ਸੀ, ਤੇ ਹੁਣ ਕਹਿ ਰਹੇ ਨੇ ਵੀ ਇਹਨਾਂ ਸਿੱਟ ਨੂੰ ਜਾਂਚ ਕਰਨ ਦਾ ਹੀ ਹੁਕਮ ਨਹੀਂ ਹੈਗਾ ਜੀ। ਇਹਦਾ ਮਤਲਬ ਹੈ ਕਿ ਇਹਦੇ ਵਿੱਚ ਫਿਰ ਸੁਖਵੀਰ ਆਉਂਦਾ। ਸੁਖਵੀਰ, ਹਰਸਿਮਰਤ, ਇਹਨਾਂ ਦੀ ਜਿਹੜੀ BJP ਨਾਲ ਯਾਰੀ ਆ ਉੱਥੇ ਸੈਂਟਰ 'ਚ, ਉਹ ਪ੍ਰਭਾਵ ਵਰਤ ਕੇ CBI ਜਿਹੜੀ ਹੈ, ਜਿਹਨੂੰ ਕੇਂਦਰ ਦਾ ਤੋਤਾ ਕਹਿੰਦੇ ਰਹੇ ਨੇ, ਬੜੇ ਵੱਡੇ ਬੰਦੇ ਕਹਿੰਦੇ ਰਹੇ ਨੇ, ਮੈਂ ਨਹੀਂ ਕਹਿ ਰਿਹਾ, ਤਾਂ ਉਹ ਪ੍ਰਭਾਵ ਵਰਤ ਕੇ ਜਿਹੜਾ ਹੈਗਾ ਇਹ ਅੜਚਣਾ ਖੜੀਆਂ ਕਰ ਰਹੇ ਨੇ। ਕਿਉਂਕਿ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਸੌਦਾ ਸਾਧ ਤੋਂ ਪੁੱਛ ਪ੍ਰਤੀਤ ਹੋਈ ਨਾ ਚੱਜ ਨਾਲ, ਉਹਨੇ ਸਭ ਤੋਂ ਪਹਿਲਾਂ ਨਾ ਸੁਖਵੀਰ ਹੋਰਾਂ ਦਾ ਲੈਣਾ ਕਿ ਇਹਨਾਂ ਨੇ ਸਾਰੀ ਮੈਨੂੰ ਛਤਰਛਾਇਆ ਦਿੱਤੀ ਸੀ, ਇਸੇ ਕਰਕੇ ਮੇਰੇ ਜਿਹੜੇ ਹੌਸਲੇ ਆ ਉਹ ਬੁਲੰਦ ਹੋਏ ਸੀਗੇ। ਜਿਵੇਂ ਕਿ ਤੁਹਾਨੂੰ ਮਾਰਨ ਦੀਆਂ ਸਾਜ਼ਿਸ਼ਾਂ ਵੀ ਹੋ ਰਹੀਆਂ ਸੀ, ਸਭ ਤੋਂ ਵੱਡਾ ਤੁਸੀਂ ਪ੍ਰਚਾਰਕਾਂ ਦੇ ਵਿੱਚ ਨਾਂ ਤੁਹਾਡਾ ਬੋਲ ਰਿਹਾ, ਕੋਈ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਸਿਕਿਉਰਿਟੀ ਨਹੀਂ, ਤੁਸੀਂ ਇਕੱਲੇ ਦਮ ਤੁਰੇ ਫਿਰਦੇ ਆ। ਅੱਜ ਸਪੋਕਸਮੈਨ ਦੇ ਜਾਣੀ ਕਿ ਮਾਧਿਅਮ ਰਾਹੀਂ ਤੁਸੀਂ ਆਏ, ਸਪੋਕਸਮੈਨ ਦੇ ਚੈਨਲ ਤੇ ਪਹੁੰਚੇ ਆ, ਤੇ ਤੁਸੀਂ ਇਕੱਲੇ ਆਏ ਆ, ਕੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਇਸ ਵੇਲੇ? ਨਹੀਂ, ਚਲੋ ਡਰ ਤਾਂ ਜੀ ਇਹ ਹੈ ਵੀ ਗੁਰੂ ਸਾਹਿਬ ਸਮਰੱਥ ਨੇ, ਮਤਲਬ ਆਪਣੀ ਕੋਈ ਔਕਾਤ ਨਹੀਂ ਹੈ। ਮੈਂ ਸਪਸ਼ਟ ਕਹਿਣਾ ਚਾਹੁੰਦਾ ਸੰਗਤ ਨੂੰ, ਆਪ ਜੀ ਦੇ ਸਪੋਕਸਮੈਨ ਚੈਨਲ ਦੇ ਰਾਹੀਂ, ਕਿ ਇਹ ਨਾ ਸਮਝਿਆ ਜਾਵੇ ਕਿ ਮੇਰੇ ਦੀਵਾਨਾਂ ਦੇ ਨਾਲ ਵੀ ਇਹਦੇ 'ਚ ਮੇਰੀ ਕੋਈ ਖਾਸੀਅਤ ਹੈਗੀ ਹੈ ਵੀ ਮੈਂ ਕਿਸੇ ਨੂੰ ਜੋੜਤਾ। ਮੇਰੀ ਕੀ ਔਕਾਤ ਹੈ ਜੀ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੂਹਾਨੀ ਬਾਣੀ, ਵਿਲੱਖਣ ਸਿੱਖ ਇਤਿਹਾਸ, ਅਮੀਰ ਸਿੱਖ ਸੱਭਿਆਚਾਰ ਹੈ ਸਾਡਾ। ਜਦੋਂ ਅਸੀਂ ਦੱਸਦੇ ਹਾਂ ਸਾਹਿਬਜ਼ਾਦਿਆਂ ਦਾ ਇਤਿਹਾਸ, ਬਾਬਾ ਬੰਦਾ ਸਿੰਘ ਦਾ ਇਤਿਹਾਸ, ਤਾਂ ਛਾਲਾਂ ਮਾਰ ਨੌਜਵਾਨ ਭੱਜ ਕੇ ਆਉਂਦੇ ਨੇ, ਸਿੱਖੀ ਵੱਲ ਭੱਜੇ ਆਉਂਦੇ ਨੇ। ਸੋ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਸ਼ਬਦ ਗੁਰੂ ਤੇ ਟੇਕ ਰੱਖਣੀ ਚਾਹੀਦੀ ਹੈ, ਅਸੀਂ ਸ਼ਬਦ ਗੁਰੂ ਨਾਲ ਜੁੜੀਏ। ਦੂਜਾ, ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਡਰ, ਉਹ ਗੁਰੂ ਨੇ ਕਿਰਪਾ ਕੀਤੀ ਹੈ, ਅਜੇ ਤੱਕ ਤਾਂ ਡਰ ਨਹੀਂ ਲੱਗਦਾ। ਔਰ ਮੈਂ ਸੰਗਤ ਅੱਗੇ ਬੇਨਤੀ ਕਰਦਾ ਕਿ ਗੁਰੂ ਅੱਗੇ ਇਸੇ ਤਰ੍ਹਾਂ ਅਰਦਾਸ ਰੱਖਿਓ, ਦ੍ਰਿੜਤਾ ਨਾਲ ਪਹਿਰਾ ਦਿੱਤਾ ਜਾਵੇ। ਬਾਕੀ ਜਿਹੜੀਆਂ ਗੱਲਾਂ ਨੇ
ਮਤਲਬ ਸਰਕਾਰ ਵੱਲੋਂ ਕੋਈ ਸੁਰੱਖਿਆ ਦੀ ਵੀ ਮੇਰੇ ਖਿਆਲ ਤੁਸੀਂ ਪੁੱਛ ਰਹੇ ਹੋ, ਉਹ ਕੋਈ ਇਹਨਾਂ ਨੇ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਜੀ। ਮੈਨੂੰ ਲੱਗਦਾ ਇਹ ਸੁਰੱਖਿਆ ਤਾਂ ਉਹਨਾਂ ਨੂੰ ਦਿੰਦੀ ਹੈ ਪੰਜਾਬ ਸਰਕਾਰ ਜਿਹੜੇ ਸਾਡੀਆਂ ਧੀਆਂ ਭੈਣਾਂ ਲਈ ਅਪਮਾਨਜਨਕ ਸ਼ਬਦ ਬੋਲਦੇ ਨੇ, ਸੂਰੀ ਵਰਗੇ ਗੁੰਡੇ ਬਦਮਾਸ਼, ਉਹਨਾਂ ਨੂੰ ਇਹ ਸੁਰੱਖਿਆ ਦਿੰਦੇ ਨੇ। ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰੂਗਾ, ਜਿਹੜਾ ਮਤਲਬ ਲੋਕਾਂ ਦੇ ਹੱਕਾਂ ਦੀ ਗੱਲ ਕਰੂਗਾ, ਪੀੜਤਾਂ ਦੇ ਨਾਲ ਹੱਕ ਡਟ ਕੇ ਖੜੂਗਾ, ਉਹਨਾਂ ਦੀ ਸੁਰੱਖਿਆ ਦਾ ਇਹਨਾਂ ਨੂੰ ਫਿਕਰ ਨਹੀਂ। ਅਸੀਂ ਤਾਂ ਇਹਨਾਂ ਦੇ ਮਤਲਬ ਏਦਾਂ ਅੱਖਾਂ 'ਚ ਰੜਕਦੇ ਆ ਵੀ ਇਹਨਾਂ ਨੂੰ ਲੱਗਦਾ ਵੀ ਚੁਗੇ ਕਿਉਂ ਨਹੀਂ ਗਏ, ਇਦਾਂ ਮਹਿਸੂਸ ਹੋ ਰਿਹਾ ਜੀ ਅੱਜ। ਇੱਕ ਮਾਝੀ ਜੀ, ਜਿਵੇਂ ਤੁਸੀਂ ਵੀ ਸਿੱਖ ਪ੍ਰਚਾਰਕ ਆ ਜਾਂ ਹੋਰ ਵੀ ਸਿੱਖ ਪ੍ਰਚਾਰਕ ਨੇ, ਦੀਵਾਨ ਲਾਉਂਦੇ ਨੇ, ਸਿੱਖੀ ਨੂੰ ਪ੍ਰਭਾਵਿਤ ਕਰਦੇ ਨੇ, ਉਹ ਕਈ ਵਾਰੀ ਕੋਈ ਬਿਆਨ ਐਸਾ ਤੁਕਾ ਦੇ ਦਿੰਦੇ ਨਾਲ ਸਿੱਖੀ ਜਿਹੜੇ ਜਾਣੀ ਕਿ ਸਿੱਖੀ ਵੱਲ ਜਿਹੜੇ ਲੋਕਾਂ ਦਾ ਮੂੰਹ ਪਾਸੇ ਹਟ ਜਾਂਦਾ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਸੰਦੇਸ਼ ਦੇਣ ਵਾਲੇ ਤਾਂ ਜੀ ਆਪਾਂ ਕੋਈ ਨਹੀਂ, ਆਪਾਂ ਤਾਂ ਬਹੁਤ ਛੋਟੇ ਬੰਦੇ ਆ। ਮੈਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਆਪਾਂ ਸਾਰੇ ਇੱਕ ਮੁਠਤਾ ਨਾਲ, ਆਪਣੇ ਭਰਾ ਨੇ ਜਿਹੜੇ ਡੇਰਿਆਂ 'ਚ ਵੀ ਫਸ ਗਏ ਨਾ, ਉਹ ਕੋਈ ਬਗਾਨੇ ਨਹੀਂ, ਉਹ ਸਾਡੀਆਂ ਵੀ ਕਮੀਆਂ ਰਹਿ ਗਈਆਂ ਜਦੋਂ ਅਸੀਂ ਸੰਭਾਲਿਆ ਨਹੀਂ, ਪਿਆਰ ਨਾਲ ਦੱਸਿਆ ਨਹੀਂ, ਤਾਂ ਉਹਨਾਂ ਨੂੰ ਅਸੀਂ ਪਿਆਰ ਨਾਲ ਸਮਝਾਈਏ, ਸਿੱਖੀ ਨਾਲ ਜੋੜੀਏ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਜੋੜੀਏ। ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਜਿਹੜਾ ਉਹਨਾਂ ਦਾ ਜੀਵਨ ਵੀ ਸਫਲ ਹੋਵੇ ਔਰ ਬਹੁਤ ਕੰਮ ਨੇ ਕਰਨ ਵਾਲੇ, ਐਜੂਕੇਸ਼ਨ ਤੇ ਸਾਡੀ ਕੌਮ ਕੰਮ ਕਰੇ, SGPC ਚੰਗੇ ਬੰਦੇ ਆਉਣ ਔਰ ਸਿਹਤ ਦਾ ਕੰਮ ਹੋਵੇ, ਹੈਲਥ ਤੇ ਐਜੂਕੇਸ਼ਨ ਤਰਾ ਹੋ ਰਹੀ ਹੈ ਦੋਏ ਨੁਕਤਿਆਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ। ਕਿਸਾਨੀ ਸਾਡੀ ਖੁਦਕੁਸ਼ੀਆਂ ਕਰ ਰਹੀ ਹੈ, ਜਵਾਨੀ ਸਾਡੀ ਜਿਹੜੀ ਹੈ ਪੰਜਾਬ ਛੱਡ ਕੇ ਬਾਹਰ ਜਾ ਰਹੀ ਹੈ, ਵਾਤਾਵਰਨ ਸਾਡਾ ਦੂਸ਼ਿਤ ਹੋ ਰਿਹਾ ਹੈ, ਪਾਣੀ ਸਾਡਾ ਜਿਹੜਾ ਖਤਮ ਹੋ ਰਿਹਾ ਹੈ। ਮਤਲਬ ਸਾਡਾ ਤਾਂ ਹੁਣ ਕਹਿ ਲਓ ਵੀ ਜਿਹੜੇ ਰਗ ਤੇ ਹੱਥ ਲਾਉਂਦੇ ਆ ਉਹ ਰਗ ਦੁਖਦੀ ਹੈ, ਸਾਰੇ ਪਾਸੇ ਇਹ ਹਾਲ ਹੈ। ਤਾਂ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ, ਮਲਮ ਲਾਉਣ ਵਾਲਾ ਕੋਈ ਨਹੀਂ ਜ਼ਖਮ ਤੇ, ਮਲਮ ਲਾਉਣ ਵਾਲੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਔਰ ਇਹ ਨਹੀਂ ਵੀ ਨੈਗੇਟਿਵ ਅਸੀਂ ਸਮਝੀਏ, ਔਰ ਗੁਰੂ ਸਾਡਾ ਇੰਨਾ ਸਮਰੱਥ ਹੈ, ਗੁਰੂ ਤੇ ਅਕੀਦਾ ਰੱਖ ਕੇ ਮੈਂ ਕਹਿੰਦਾ ਗੁਰੂ ਦੇ ਬਣ ਜਾਈਏ, ਤੁਸੀਂ ਵੇਖੋ ਸਾਰੇ ਮਸਲੇ ਹੱਲ ਹੋ ਜਾਣਗੇ। ਇਹ ਜਿਹੜੇ ਲੁਟੇਰੇ ਲੀਡਰ ਨੇ, ਜਿਹੜੇ ਪੰਜਾਬ ਨੂੰ ਲੁੱਟਣ ਲੱਗੇ ਨੇ, ਪੰਥ ਨੂੰ ਲੁੱਟਣ ਲੱਗੇ ਨੇ, ਇਹਨਾਂ ਸਾਰਿਆਂ ਨੂੰ ਨੱਥ ਪੈ ਜੂ ਜੇ ਅਸੀਂ ਸ਼ਬਦ ਗੁਰੂ ਨਾਲ ਜੁੜਾਂਗੇ। ਸਾਨੂੰ ਵਿਵੇਕ ਆਜੂ ਤੇ ਸਾਨੂੰ ਕਿਸੇ ਲੁਟੇਰੇ ਸੌਦਾ ਸਾਧ ਵਰਗੇ ਜਾਂ ਹੋਰ ਇਹਨਾਂ ਵਰਗੇ ਕਈ ਨੇ, ਇਹਨਾਂ ਦੇ ਚੱਕਰਾਂ ਜਿਹੜਾ ਫਸਣ ਦੀ ਲੋੜ ਨਹੀਂ ਹੈਗੀ ਜੀ। ਇਹ ਸੀ ਸਾਡੇ ਨਾਲ ਹਰਜਿੰਦਰ ਸਿੰਘ ਮਾਝੀ ਜੀ। ਇਹਨਾਂ ਨੇ ਬੜੇ ਤਰੀਕੇ ਨਾਲ ਸਾਰੀਆਂ ਗੱਲਾਂ ਬਾਤਾਂ ਆਪ ਜੀ ਦੇ ਸਾਰੇ ਸਪੋਕਸਮੈਨ ਦੇ ਮਾਧਿਅਮ ਲੋਕਾਂ ਨੂੰ ਦੱਸੀਆਂ। ਫਰੀਦਕੋਟ ਤੋਂ ਗੁਰਪ੍ਰੀਤ ਸਿੰਘ ਔਲਖ, ਸਪੋਕਸਮੈਨ TV।